ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜਾਬ ਐਗਜ਼ਾਮ ਅੱਡਾ ਦੇ ਵਿੱਚ। ਤੇ ਦੋਸਤੋ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਇੰਡੀਅਨ ਪੋਲਿਟੀ ਤੇ ਉਹਦੇ ਵਿੱਚ ਆਪਾਂ ਪੜਾਂਗੇ ਇੰਡੀਅਨ ਕਨਸਟੀਟਿਊਸ਼ਨ ਦੇ ਬਾਰੇ ਤੇ ਉਹਦੇ ਵਿੱਚ ਵੀ ਅੱਜ ਜਿਹੜਾ ਪਹਿਲਾ ਲੈਕਚਰ ਹੈਗਾ ਉਹ ਹੈਗਾ ਹਿਸਟੋਰੀਕਲ ਬੈਕਗਰਾਉਂਡ ਦਾ। ਤੇ ਦੋਸਤੋ ਜਦੋਂ ਇੰਡੀਅਨ ਕਨਸਟੀਟਿਊਸ਼ਨ ਦੇ ਬਣਾਉਣ ਦੀ ਗੱਲ ਆਉਂਦੀ ਹੈ ਤੇ ਕਿਤੇ ਨਾ ਕਿਤੇ ਉਹਦੀ ਜਿਹੜੀ ਜੜ੍ਹਾਂ ਹੈਗੀਆਂ ਜਦੋਂ ਬ੍ਰਿਟਿਸ਼ ਰੂਲ ਸੀਗਾ ਇੰਡੀਆ ਦੇ ਵਿੱਚ, ਜਿਹੜੇ ਉਹਨਾਂ ਨੇ ਐਕਟ ਤੇ ਰੈਗੂਲੇਸ਼ਨ ਬਣਾਏ ਸੀਗੇ ਉਹਨਾਂ ਦੇ ਨਾਲ ਵੀ ਜੁੜਦੀਆਂ ਹੈਗੀਆਂ। ਮਤਲਬ ਜਿਹੜੀ ਕਾਫੀ ਸਾਰੀ ਚੀਜ਼ਾਂ ਹੈਗੀਆਂ ਉਹ ਉਹਨਾਂ ਰੂਲ ਐਂਡ ਰੈਗੂਲੇਸ਼ਨ ਦੇ ਵਿੱਚੋਂ ਵੀ ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਲਈ ਗਈਆਂ ਹੈਗੀਆਂ। ਤੇ ਸਾਨੂੰ ਇੰਡੀਅਨ ਕਨਸਟੀਟਿਊਸ਼ਨ ਨੂੰ ਜਾਣਨ ਦੇ ਲਈ ਉਹਨਾਂ ਹਿਸਟੋਰੀਕਲ ਬੈਕਗਰਾਉਂਡ ਤੇ ਉਹਨਾਂ ਰੂਲ ਐਂਡ ਰੈਗੂਲੇਸ਼ਨ ਨੂੰ ਜਾਣਨਾ ਵੀ ਬੜਾ ਜ਼ਰੂਰੀ ਹੈਗਾ। ਤੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ ਤੇ ਇਹਦੇ ਵਿੱਚੋਂ ਵੀ ਕਾਫੀ ਜ਼ਿਆਦਾ ਜਿਹੜੇ ਕੁਐਸਚਨ ਪੁੱਛੇ ਜਾਂਦੇ ਨੇ ਐਗਜ਼ਾਮ ਦੇ ਵਿੱਚ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਅੱਜ ਜਿਹੜਾ ਹੈਗਾ ਪਹਿਲਾ ਲੈਕਚਰ ਹੈਗਾ ਤੇ ਆਪਾਂ ਇੱਕ ਪੂਰੀ ਸੀਰੀਜ਼ ਲੈ ਕੇ ਆ ਰਹੇ। ਜਿਸ ਤਰ੍ਹਾਂ ਕਿ ਅੱਜ ਆਪਾਂ ਹਿਸਟੋਰੀਕਲ ਬੈਕਗਰਾਉਂਡ ਕਵਰ ਕਰ ਰਹੇ ਹਾਂ, ਫਿਰ ਆਪਾਂ ਅੱਗੇ ਜਾ ਕੇ ਜਿਹੜਾ ਪ੍ਰੈਂਬਲ ਕਵਰ ਕਰਾਂਗੇ, ਉਸ ਤੋਂ ਬਾਅਦ ਆਰਟੀਕਲਸ ਕਵਰ ਕਰਾਂਗੇ ਜਿਹੜੇ ਇੰਪੋਰਟੈਂਟ ਹੋਣਗੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ। ਤੇ ਦੋਸਤੋ ਬਣੇ ਰਹੋ ਸਾਡੇ ਨਾਲ। ਤੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਆਏ ਤੁਹਾਡੇ ਤੱਕ ਸਭ ਤੋਂ ਪਹਿਲੇ ਪਹੁੰਚੇ। ਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਵੀ ਇਸ ਚੈਨਲ ਨੂੰ ਸ਼ੇਅਰ ਕਰੋ, ਇਸ ਸੀਰੀਜ਼ ਨੂੰ ਸ਼ੇਅਰ ਕਰੋ ਜਿਹੜੀ ਕਿ ਆਪਾਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ। ਤੇ ਦੋਸਤੋ ਆਪਾਂ ਸੀਰੀਜ਼ ਬਾਈ ਸੀਰੀਜ਼ ਹਰ ਇੱਕ ਚੀਜ਼ ਨੂੰ ਦੇਖ ਲੈਂਦੇ ਹਾਂ ਕਿ ਕੀ ਹੁੰਦਾ ਹੈ। ਤੇ ਸਭ ਤੋਂ ਪਹਿਲੇ ਹੈ ਕਿ 1600 ਈਸਵੀ ਦੇ ਵਿੱਚ ਕੀ ਹੋਇਆ ਸੀਗਾ ਕਿ ਜਿਹੜੇ ਬ੍ਰਿਟਿਸ਼ ਸੀਗੇ ਉਹ ਇੱਕ ਈਸਟ ਇੰਡੀਆ ਕੰਪਨੀ ਦੀ ਫਾਰਮ ਦੇ ਵਿੱਚ ਇੰਡੀਆ ਦੇ ਵਿੱਚ ਆਏ ਸੀਗੇ ਟ੍ਰੇਡ ਕਰਨ ਦੇ ਲਈ, ਮਤਲਬ ਕਿ ਵਪਾਰ ਕਰਨ ਦੇ ਲਈ। ਤੇ ਉੱਥੋਂ ਦੀ ਜਿਹੜੀ ਕੁਈਨ ਐਲਿਜ਼ਾਬੈਥ ਸੀਗੀ ਉਹਨਾਂ ਨੇ ਉਹਨੂੰ ਇੱਕ ਚਾਰਟਰ ਗ੍ਰਾਂਟ ਕੀਤਾ ਸੀਗਾ, ਮਤਲਬ ਇੱਕ ਚਾਰਟਰ ਦੇ ਤੌਰ ਤੇ ਮਨਜ਼ੂਰੀ ਦਿੱਤੀ ਸੀਗੀ ਕਿ ਤੁਸੀਂ ਇੰਡੀਆ ਦੇ ਵਿੱਚ ਜਾ ਕੇ ਵਪਾਰ ਕਰ ਸਕਦੇ ਹੋ। ਤੇ ਹੌਲੀ ਹੌਲੀ ਕੀ ਹੁੰਦਾ ਤੇ ਹੁਣ ਹੌਲੀ ਹੌਲੀ ਕੀ ਹੁੰਦਾ, ਜਿਹੜੀ ਬ੍ਰਿਟਿਸ਼ਸ ਦੀ ਈਸਟ ਇੰਡੀਆ ਕੰਪਨੀ ਸੀਗੀ ਉਹਨਾਂ ਦਾ ਜਿਹੜਾ ਮੋਟਿਵ ਹੈਗਾ ਉਹ ਚੇਂਜ ਹੋਣਾ ਸ਼ੁਰੂ ਹੋ ਜਾਂਦਾ। ਕੀ ਹੁੰਦਾ, ਪਹਿਲੇ ਤੇ ਉਹ ਐਜ਼ ਵਪਾਰੀ ਆਏ ਸੀਗੇ, ਐਜ਼ ਟ੍ਰੇਡਰ ਆਏ ਸੀਗੇ, ਹੁਣ ਉਹ ਕਰਨਾ ਚਾਹੁੰਦੇ ਸੀਗੇ ਰਾਜ। ਤੇ ਇਸੀ ਕੜੀ ਦੇ ਵਿੱਚ ਕੀ ਹੁੰਦਾ 1765 ਦੇ ਵਿੱਚ ਇੱਕ ਲੜਾਈ ਦੇ ਵਿੱਚ ਉਹ ਇੱਕ ਦੀਵਾਨੀ ਰੂਲ ਜਿਹੜਾ ਐਕਵਾਇਰ ਕਰ ਲੈਂਦੇ ਆ, ਜਿਹਦੇ ਵਿੱਚ ਕੀ ਹੁੰਦਾ ਉਹ ਬੰਗਾਲ, ਬਿਹਾਰ ਤੇ ਉੜੀਸਾ ਦੇ ਵਿੱਚ ਇੱਕ ਰਾਈਟ ਓਵਰ ਰੈਵਨਿਊ ਤੇ ਸਿਵਲ ਜਸਟਿਸ ਦਾ ਜਿਹੜਾ ਅਧਿਕਾਰ ਹੈ ਉਹ ਪਾ ਲੈਂਦੇ ਆ। ਮਤਲਬ ਕਿ ਉੱਥੋਂ ਦੇ ਜਿਹੜੇ ਵਪਾਰਿਕ ਗਤੀਵਿਧੀਆਂ ਦੇ ਉੱਤੇ ਆਪਣਾ ਹੱਕ ਜਮਾਉਣ ਲੱਗ ਪਏ ਤੇ ਨਾਲ ਹੀ ਉੱਥੇ ਛੋਟੇ ਮੋਟੇ ਕਾਨੂੰਨ ਬਣਾਉਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ। ਤੇ ਅੱਗੇ 1857 ਦੇ ਵਿੱਚ ਕੀ ਹੁੰਦਾ ਸਪੋਏ ਮਿਊਟਨੀ, ਮਤਲਬ ਕਿ ਸਿਪਾਹੀ ਵਿਦਰੋਹ। ਇਹਦੇ ਵਿੱਚ ਕੀ ਹੋਇਆ ਸੀਗਾ ਕਿ ਜਿਹੜੇ ਸਿਪਾਹੀ ਸੀਗੇ ਇੰਡੀਅਨ ਓਰੀਜਨ ਦੇ ਸੀਗੇ ਪਰ ਜਿਹੜੀ ਬ੍ਰਿਟਿਸ਼ ਸਰਕਾਰ ਦੇ ਅੰਡਰ ਕੰਮ ਕਰ ਰਹੇ ਸੀਗੇ ਇੰਡੀਆ ਦੇ ਵਿੱਚ, ਉਹਨਾਂ ਨੇ ਮਾਸ ਲੱਗੇ ਕਾਰਤੂਸ ਚਲਾਉਣ ਤੋਂ ਮਨਾ ਕਰਤਾ ਸੀਗਾ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੋਏਗਾ ਮੰਗਲ ਪਾਂਡੇ ਵਾਲੀ ਕਹਾਣੀ, ਠੀਕ ਹੈ। ਤੇ ਇਸ ਵਿਦਰੋਹ ਕਰਕੇ ਕੀ ਹੋਇਆ 1858 ਦੇ ਵਿੱਚ ਬ੍ਰਿਟਿਸ਼ ਸਰਕਾਰ ਜਿਹੜੀ ਕਿ ਬ੍ਰਿਟੇਨ 'ਚ ਬੈਠੀ ਹੋਈ ਸੀ ਉਹਨਾਂ ਨੇ ਕੀ ਕੀਤਾ, ਈਸਟ ਇੰਡੀਆ ਕੰਪਨੀ ਦਾ ਰੂਲ ਪੂਰੀ ਤਰ੍ਹਾਂ ਖਤਮ ਕਰਤਾ ਤੇ ਖੁਦ ਡਾਇਰੈਕਟਲੀ ਰੂਲ ਕਰਨਾ ਸ਼ੁਰੂ ਕਰਤਾ ਇੰਡੀਆ ਦੇ ਉੱਪਰ। ਤੇ ਉਸ ਤੋਂ ਬਾਅਦ ਇਹ ਰੂਲ ਤੁਹਾਨੂੰ ਪਤਾ ਹੈ ਕਿ 1947 ਦੇ ਵਿੱਚ 15 ਅਗਸਤ 1947 ਦੇ ਵਿੱਚ ਇੰਡੀਆ ਨੂੰ ਆਜ਼ਾਦੀ ਮਿਲਦੀ ਹੈ ਤੇ ਉੱਥੋਂ ਤੱਕ ਬ੍ਰਿਟਿਸ਼ ਸਰਕਾਰ ਦਾ ਰੂਲ ਰਹਿੰਦਾ। ਆਈ ਹੋਪ ਤੁਹਾਨੂੰ ਇੰਨੀ ਕੁ ਸਟੋਰੀ ਸਮਝ ਆ ਗਈ ਹੋਏਗੀ। ਤੇ ਅੱਗੇ ਵਧਦੇ ਹਾਂ। ਹੁਣ ਦੇਖੋ ਜਿਸ ਤਰ੍ਹਾਂ ਕਿ ਤੁਹਾਨੂੰ 1857 ਦਾ ਦੱਸਿਆ ਕਿ ਉਹ ਵਿਦਰੋਹ ਸੀਗਾ ਇੱਕ ਤਰ੍ਹਾਂ ਦਾ ਅੰਗਰੇਜ਼ਾਂ ਦੇ ਵਿਰੁੱਧ, ਉਹ ਪਹਿਲਾ ਵਿਦਰੋਹ ਮੰਨਿਆ ਜਾਂਦਾ ਹੈ ਨਾ। ਤੇ ਉਸ ਤੋਂ ਬਾਅਦ ਸਾਲ ਦਰ ਸਾਲ ਜਿਹੜੇ ਹੈਗੇ ਆ ਉਹ ਵਿਦਰੋਹ ਹੋਣਾ ਸ਼ੁਰੂ ਹੋ ਗਏ, ਮਤਲਬ ਕਿ ਆਜ਼ਾਦੀ ਦੀ ਜਿਹੜੀ ਮੰਗ ਹੈਗੀ ਹੈ ਉਹ ਹੋਣੀ ਸ਼ੁਰੂ ਹੋ ਗਈ। ਤੇ ਇਸੇ ਵਿੱਚ ਜਿਹੜੇ ਵਿਦਰੋਹ ਕਰ ਰਹੇ ਸੀਗੇ ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਵਿਦਰੋਹ ਹੋਏ, ਉਹਨਾਂ ਨੂੰ ਪਤਾ ਸੀਗਾ ਕਿ ਇੱਕ ਆਜ਼ਾਦ ਦੇਸ਼ ਦੇ ਲਈ ਇੱਕ ਕਨਸਟੀਟਿਊਸ਼ਨ ਦਾ ਹੋਣਾ ਬੜਾ ਹੀ ਜ਼ਰੂਰੀ ਹੈਗਾ। ਤੇ ਉਸੇ ਕੜੀ ਦੇ ਵਿੱਚ MN ਰੋਏ ਜੀ ਉਹਨਾਂ ਨੇ 1934 ਦੇ ਵਿੱਚ ਇੱਕ ਸੁਜੈਸਟ ਕੀਤਾ ਸੀਗਾ ਕਿ ਇੱਕ ਕਨਸਟੀਟਿਊਸ਼ਨ ਅਸੈਂਬਲੀ ਹੋਣੀ ਜ਼ਰੂਰੀ ਹੈਗੀ ਹੈ। ਤੇ ਇਸੇ ਕੜੀ 'ਚ ਕੀ ਹੁੰਦਾ ਕਿ 1946 ਦੇ ਵਿੱਚ ਕੀ ਹੁੰਦਾ ਕਨਸਟੀਟਿਊਸ਼ਨ ਅਸੈਂਬਲੀ ਸਾਡੀ ਫਾਰਮ ਹੋ ਜਾਂਦੀ ਹੈਗੀ ਹੈ। ਤੇ 26 ਜਨਵਰੀ 1950 ਦੇ ਵਿੱਚ ਜਿਹੜੀ ਹੈਗੀ ਹੈ ਕਨਸਟੀਟਿਊਸ਼ਨ ਸਾਡਾ ਜਿਹੜਾ ਹੋਂਦ ਦੇ ਵਿੱਚ ਆ ਜਾਂਦਾ ਹੈਗਾ। ਤੇ ਹੁਣ ਇਹ ਜਿਹੜੀ ਡੇਟਸ ਹੈਗੀਆਂ ਉਹ ਡਾਇਰੈਕਟਲੀ MCQs ਦੇ ਵਿੱਚ ਪੁੱਛੀ ਜਾ ਸਕਦੀ ਹੈ, ਇਸ ਕਰਕੇ ਤੁਸੀਂ ਥੋੜ੍ਹਾ ਬਹੁਤਾ ਯਾਦ ਰੱਖਣਾ ਕਿ 1946 ਦੇ ਵਿੱਚ ਕੀ ਹੋਇਆ ਸੀਗਾ ਕਿ ਕਨਸਟੀਟਿਊਸ਼ਨ ਅਸੈਂਬਲੀ ਫਾਰਮ ਹੋਈ ਸੀਗੀ ਤੇ 26 ਜਨਵਰੀ 1950 ਦੇ ਵਿੱਚ ਸਾਡਾ ਕਨਸਟੀਟਿਊਸ਼ਨ ਹੋਂਦ ਦੇ ਵਿੱਚ ਆਇਆ ਸੀਗਾ, ਠੀਕ ਹੈ। ਤੇ ਨਾਲ ਹੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਤੇ ਇੰਡੀਅਨ ਪੋਲਿਟੀ ਦੀ ਜਿਹੜੀ ਰੂਟਸ ਹੈਗੀਆਂ ਕਿਤੇ ਨਾ ਕਿਤੇ ਜਿਹੜੇ ਬ੍ਰਿਟਿਸ਼ਰਸ ਨੇ ਰੂਲ ਬਣਾਏ ਸੀਗੇ, ਐਕਟ ਬਣਾਏ ਸੀਗੇ, ਉਹਨਾਂ ਦੇ ਵੀ ਨਾਲ ਵੀ ਸੰਬੰਧਿਤ ਹੈਗੀਆਂ। ਤੇ ਉਸ ਟਾਈਮ ਤੇ ਜਿਹੜੇ ਬ੍ਰਿਟਿਸ਼ ਸਰਕਾਰ ਨੇ ਰੂਲ ਐਂਡ ਰੈਗੂਲੇਸ਼ਨ ਜਾਂ ਐਕਟ ਬਣਾਏ ਸੀਗੇ ਉਹ ਵੀ ਸਾਨੂੰ ਪੜ੍ਹਨੇ ਜ਼ਰੂਰੀ ਹੈਗੇ ਹੈ।
ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਪਹਿਲੇ ਹੀ ਦੱਸਿਆ ਕਿ ਈਸਟ ਇੰਡੀਆ ਕੰਪਨੀ ਜਿਹੜੀ ਆਈ ਸੀਗੀ 1600 ਦੇ ਵਿੱਚ ਤੇ 1858 ਦੇ ਵਿੱਚ ਤੱਕ ਉਹਦਾ ਕੰਮ ਚੱਲਿਆ। ਉਸ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਡਾਇਰੈਕਟਲੀ ਰੂਲ ਕਰਨਾ ਸ਼ੁਰੂ ਕਰਤਾ ਇੰਡੀਆ ਨੂੰ, ਤੇ ਉਸੇ ਬੇਸ ਤੇ ਆਪਾਂ ਜਿਹੜੇ ਉਹਨਾਂ ਦੁਆਰਾ ਐਕਟ ਬਣਾਏ ਸੀਗੇ ਉਹਨਾਂ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ। ਪਹਿਲੇ ਕੰਪਨੀ ਰੂਲ ਦੇ ਅੰਡਰ ਜਿਹੜੇ ਐਕਟ ਬਣੇ ਸੀਗੇ 1773 ਤੋਂ ਲੈ ਕੇ 1858 ਦੇ ਤੱਕ, ਤੇ ਉਸ ਤੋਂ ਬਾਅਦ ਜਿਹੜੇ ਕਰਾਊਨ ਰੂਲ ਮਤਲਬ ਕਿ ਬ੍ਰਿਟਿਸ਼ ਸਰਕਾਰ ਦੇ ਅੰਡਰ ਜਿਹੜਾ ਡਾਇਰੈਕਟਲੀ ਰੂਲ ਕੀਤਾ ਸੀਗਾ ਇੰਡੀਆ ਦੇ ਉੱਤੇ ਬ੍ਰਿਟਿਸ਼ ਸਰਕਾਰ ਨੇ, ਉਹਦੇ ਅੰਡਰ ਜਿਹੜਾ ਰੂਲ ਐਂਡ ਰੈਗੂਲੇਸ਼ਨ ਬਣੇ ਸੀਗੇ ਉਹ ਵੀ ਆਪਾਂ ਅਲੱਗ ਤੋਂ ਦਿਖਾਂਗੇ। ਸਭ ਤੋਂ ਪਹਿਲੇ ਆਪਾਂ ਦਿਖਾਂਗੇ ਕੰਪਨੀ ਰੂਲ ਦੇ ਅੰਡਰ ਜਿਹੜੇ ਐਕਟ ਬਣੇ ਸੀਗੇ, ਠੀਕ ਹੈ। ਤੇ ਇਹ ਸਾਰੇ ਐਕਟ ਆਪਾਂ ਇੱਕ ਇੱਕ ਕਰਕੇ ਪੜਾਂਗੇ, ਜਿਸ ਤਰ੍ਹਾਂ ਕਿ ਰੈਗੂਲੇਟਿੰਗ ਐਕਟ 1773, ਬ੍ਰਿਟਿਸ਼ ਇੰਡੀਆ ਐਕਟ 1784, ਠੀਕ ਹੈ। ਤੇ ਇਹਨਾਂ ਵਿੱਚ ਜਿਹੜੀ ਵੀ ਇੰਪੋਰਟੈਂਟ ਚੀਜ਼ਾਂ ਹੋਣਗੀਆਂ ਤੁਸੀਂ ਨਾਲ ਨਾਲ ਯਾਦ ਕਰਨੀਆਂ ਜਾਂ ਫਿਰ ਨੋਟਸ ਬਣਾ ਲਓ ਨਾਲ ਨਾਲ, ਨਹੀਂ ਤਾਂ PDF ਤੇ ਆਪਾਂ ਪ੍ਰੋਵਾਈਡ ਕਰ ਹੀ ਦੇਵਾਂਗੇ। ਤੇ ਨਾਲ ਹੀ ਨਾਲ ਜਿਹੜੇ ਇਹਨਾਂ ਦੇ ਨਾਮ ਹੈਗੇ ਆ, ਜਿਸ ਤਰ੍ਹਾਂ ਕਿ ਰੈਗੂਲੇਟਿੰਗ ਐਕਟ 1773, ਇਹ ਵੀ ਤੁਸੀਂ ਖਾਸ ਕਰ ਯਾਦ ਕਰਨੇ ਹੈਗੇ, ਕਈ ਵਾਰ ਡਾਇਰੈਕਟਲੀ ਪੁੱਛੇ ਜਾ ਸਕਦੇ ਆ। ਤੇ ਦੋਸਤੋ ਸ਼ੁਰੂ ਕਰਦੇ ਹਾਂ। ਦੋਸਤੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਈਸਟ ਇੰਡੀਆ ਕੰਪਨੀ ਇਸ ਟਾਈਮ ਤੇ ਜਿਹੜਾ ਕੰਮ ਕਰ ਰਹੀ ਸੀਗੀ ਇੰਡੀਆ ਦੇ ਵਿੱਚ, ਠੀਕ ਹੈ। ਬ੍ਰਿਟਿਸ਼ ਸਰਕਾਰ ਡਾਇਰੈਕਟਲੀ ਕੰਮ ਨਹੀਂ ਕਰ ਰਹੀ ਸੀਗੀ, ਈਸਟ ਇੰਡੀਆ ਕੰਪਨੀ ਕੰਮ ਕਰ ਰਹੀ ਸੀਗੀ। ਤੇ ਕਿਤੇ ਨਾ ਕਿਤੇ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ ਉਹ ਈਸਟ ਇੰਡੀਆ ਕੰਪਨੀ ਦੇ ਜਿਹੜੇ ਕੰਮ ਹੈਗੇ ਆ ਉਹਨਾਂ ਨੂੰ ਆਪਣੇ ਹੱਥ ਵਿੱਚ ਕੰਟਰੋਲ ਕਰਨਾ ਚਾਹੁੰਦੀ ਸੀਗੀ, ਉਹਨਾਂ ਦੇ ਜਿੰਨੇ ਵੀ ਕੰਮਕਾਜ ਆ ਉਹਨਾਂ ਨੂੰ ਰੈਗੂਲੇਟ ਕਰਨਾ ਚਾਹੁੰਦੀ ਸੀਗੀ ਖੁਦ। ਤੇ ਇਸੀ ਕੜੀ ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਇੱਕ ਐਕਟ ਪਾਸ ਕੀਤਾ, ਰੈਗੂਲੇਟਿੰਗ ਐਕਟ ਆਫ 1773। ਤੇ ਇਹਦੇ ਵਿੱਚ ਕੀ ਕੀਤਾ, ਬ੍ਰਿਟਿਸ਼ ਸਰਕਾਰ ਨੇ ਈਸਟ ਇੰਡੀਆ ਕੰਪਨੀ ਦੇ ਜਿਹੜੇ ਕੰਮਕਾਜ ਸੀਗੇ ਆਪਣੇ ਹੱਥ ਵਿੱਚ ਲੈਣਾ ਸ਼ੁਰੂ ਕਰਤੇ। ਤੇ ਪਹਿਲੀ ਵਾਰੀ ਈਸਟ ਇੰਡੀਆ ਕੰਪਨੀ ਦੀ ਜਿਹੜੀ ਪੋਲੀਟੀਕਲ ਤੇ ਐਡਮਿਨਿਸਟ੍ਰੇਟਿਵ ਫੰਕਸ਼ਨ ਸੀਗੇ ਉਹ ਵੀ ਆਪਣੇ ਹੱਥ ਵਿੱਚ ਲਏ। ਤੇ ਇਹ ਸਭ ਕਰਕੇ ਇੱਕ ਤਰ੍ਹਾਂ ਦੀ ਫਾਊਂਡੇਸ਼ਨ ਤਿਆਰ ਕੀਤੀ ਕਿ ਜਿਹਦੇ ਨਾਲ ਉਹ ਪੂਰੇ ਇੰਡੀਆ ਨੂੰ ਕਿਸੇ ਤਰ੍ਹਾਂ ਰੈਗੂਲੇਟ ਕਰ ਸਕੇ ਜਾਂ ਫਿਰ ਉਹਦੇ ਉੱਤੇ ਰੂਲ ਕਰ ਸਕੇ। ਤੇ ਹੁਣ ਆਪਾਂ ਕੁਝ ਫੀਚਰ ਪੜ੍ਹ ਲੈਂਦੇ ਹਾਂ ਇਸ ਐਕਟ ਦੇ, ਰੈਗੂਲੇਟਿੰਗ ਐਕਟ 1773 ਦੇ। ਤੇ ਇਸ ਐਕਟ ਦੇ ਅੰਤਰਗਤ ਕੀ ਕੀਤਾ ਗਿਆ, ਜਿਹੜੇ ਗਵਰਨਰ ਸੀਗੇ ਬੰਗਾਲ ਦੇ ਉਹਨੂੰ ਗਵਰਨਰ ਜਨਰਲ ਆਫ ਬੰਗਾਲ ਬਣਾ ਦਿੱਤਾ ਗਿਆ। ਤੇ ਉਹਦੇ ਅੰਡਰ ਇੱਕ 4 ਮੈਂਬਰ ਦੀ ਜਿਹੜੀ ਐਗਜ਼ੀਕਿਊਟਿਵ ਕੌਂਸਲ ਬਣਾਈ ਗਈ ਜਿਹੜੀ ਉਹਨੂੰ ਹੈਲਪ ਕਰੇਗੀ। ਤੇ ਇਸ ਤਰ੍ਹਾਂ ਦੇ ਜਿਹੜੇ ਪਹਿਲੇ ਗਵਰਨਰ ਜਨਰਲ ਸੀਗੇ ਬੰਗਾਲ ਦੇ ਉਹ ਸੀਗੇ ਲਾਰਡ ਵਾਰਨ ਹਸਟਿੰਗ। ਇਹ ਤੁਸੀਂ ਯਾਦ ਰੱਖਣਾ, ਡਾਇਰੈਕਟਲੀ MCQs ਦੇ ਵਿੱਚ ਕੁਐਸਚਨ ਪੁੱਛੇ ਜਾ ਸਕਦਾ ਹੈ ਕਿ ਪਹਿਲੇ ਗਵਰਨਰ ਜਨਰਲ ਆਫ ਬੰਗਾਲ ਕੌਣ ਸੀਗੇ, ਤੇ ਉਹ ਸੀਗੇ ਲਾਰਡ ਵਾਰਨ ਹਸਟਿੰਗ। ਤੇ ਇਸ ਤੋਂ ਅੱਗੇ ਕੀ ਕੀਤਾ ਗਿਆ ਕਿ ਜਿਹੜੇ ਬੰਬੇ ਤੇ ਮਦਰਾਸ ਪ੍ਰੈਜ਼ੀਡੈਂਸੀਜ਼ ਦੇ ਜਿਹੜੇ ਗਵਰਨਰ ਸੀਗੇ ਉਹਨਾਂ ਨੂੰ ਸਬੋਰਡੀਨੇਟ ਬਣਾ ਦਿੱਤਾ ਗਿਆ ਗਵਰਨਰ ਜਨਰਲ ਆਫ ਬੰਗਾਲ ਦੇ। ਮਤਲਬ ਕਿ ਜਿਹੜੇ ਬੰਬੇ ਤੇ ਮਦਰਾਸ ਪ੍ਰੈਜ਼ੀਡੈਂਸੀ ਦੇ ਗਵਰਨਰ ਹੀ ਉਹ ਗਵਰਨਰ ਜਨਰਲ ਆਫ ਬੰਗਾਲ ਦੇ ਥੱਲੇ ਲੈ ਕੇ ਕੰਮ ਕਰਨਗੇ, ਠੀਕ ਹੈ। ਅਗਲਾ ਜਿਹੜਾ ਹੈਗਾ ਕਾਫੀ ਇੰਪੋਰਟੈਂਟ ਪੁਆਇੰਟ ਹੈਗਾ, ਕਾਫੀ ਵਾਰ ਐਗਜ਼ਾਮਸ 'ਚ ਪੁੱਛਿਆ ਗਿਆ ਹੈਗਾ। ਇਸੀ ਐਕਟ ਦੇ ਅੰਦਰ ਸੁਪਰੀਮ ਕੋਰਟ ਇਸਟੈਬਲਿਸ਼ ਕੀਤੀ ਗਈ ਕਲਕੱਤਾ ਦੇ ਵਿੱਚ 1774 ਦੇ ਵਿੱਚ, ਜਿਹਦੇ ਵਿੱਚ ਕੀ ਸੀਗਾ, ਇੱਕ ਚੀਫ ਜਸਟਿਸ ਸੀਗਾ ਤੇ 3 ਜੱਜ ਸੀਗੇ। ਤੇ ਨੈਕਸਟ ਹੈਗਾ ਪਿਟਸ ਇੰਡੀਆ ਐਕਟ, ਤੇ ਇਹ ਆਇਆ ਸੀਗਾ 1784 ਦੇ ਵਿੱਚ। ਤੇ ਇਹਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਕੀ ਕੀਤਾ ਕਿ ਕੰਪਨੀ ਦੇ ਜਿਹੜੇ ਕਮਰਸ਼ੀਅਲ ਤੇ ਪੋਲੀਟੀਕਲ ਫੰਕਸ਼ਨ ਸੀਗੇ ਉਹਨਾਂ ਨੂੰ ਅਲੱਗ-ਅਲੱਗ ਕਰਤਾ, ਕਿ ਮਤਲਬ ਇਹ ਤੁਹਾਡੇ ਕਮਰਸ਼ੀਅਲ ਫੰਕਸ਼ਨ ਹੋਣਗੇ ਤੇ ਇਹ ਤੁਹਾਡੇ ਪੋਲੀਟੀਕਲ ਫੰਕਸ਼ਨ ਹੋਣਗੇ। ਤੇ ਇਹਦੇ ਵਿੱਚ ਹੀ ਇੱਕ ਕੋਰਟ ਆਫ ਡਾਇਰੈਕਟਰ ਦੀ ਇੱਕ ਬੋਡੀ ਸੀਗੀ, ਉਹਨੂੰ ਕਿਹਾ ਗਿਆ ਕਿ ਉਹ ਕੰਪਨੀ ਦੇ ਕਮਰਸ਼ੀਅਲ ਅਫੇਅਰ ਨੂੰ ਜਿਹੜੀ ਹੈਗੀ ਹੈ ਮੈਨੇਜ ਕਰੇਗੀ। ਤੇ ਜਿਹੜੇ ਪੋਲੀਟੀਕਲ ਫੰਕਸ਼ਨ ਹੈਗੇ ਆ ਮੈਨੇਜ ਕਰਨ ਦੇ ਲਈ ਉਹਨੂੰ ਇੱਕ ਨਵੀਂ ਬੋਡੀ ਤਿਆਰ ਕੀਤੀ ਗਈ ਜਿਹਨੂੰ ਕਹਿੰਦੇ ਸੀਗੇ ਬੋਰਡ ਆਫ ਕੰਟਰੋਲ, ਠੀਕ ਹੈ। ਮਤਲਬ ਕਿ ਕਮਰਸ਼ੀਅਲ ਫੰਕਸ਼ਨ ਨੂੰ ਦੇਖਣ ਦੇ ਲਈ ਇੱਕ ਕੋਰਟ ਆਫ ਡਾਇਰੈਕਟਰਸ ਨੂੰ ਕਿਹਾ ਗਿਆ, ਤੇ ਜਿਹੜੇ ਪੋਲੀਟੀਕਲ ਫੰਕਸ਼ਨ ਨੂੰ ਦੇਖਣ ਲਈ ਇੱਕ ਨਵੀਂ ਬੋਡੀ ਬਣਾਈ ਗਈ ਜਿਹਨੂੰ ਕਹਿੰਦੇ ਸੀਗੇ ਬੋਰਡ ਆਫ ਕੰਟਰੋਲ, ਠੀਕ ਹੈ। ਉਹ ਉਹਨਾਂ ਦੇ ਪੋਲੀਟੀਕਲ ਫੰਕਸ਼ਨ ਦੇਖਦੀ ਸੀਗੀ। ਤੇ ਇਹ ਚੀਜ਼ ਕਰਕੇ ਬ੍ਰਿਟਿਸ਼ ਸਰਕਾਰ ਨੇ ਇੱਕ ਤਰ੍ਹਾਂ ਦਾ ਡਬਲ ਗਵਰਨਮੈਂਟ ਦਾ ਸਿਸਟਮ ਜਿਹੜਾ ਇਸਟੈਬਲਿਸ਼ ਕਰ ਦਿੱਤਾ ਸੀਗਾ। ਤੇ ਇਸ ਤੋਂ ਇਲਾਵਾ ਬੋਰਡ ਆਫ ਕੰਟਰੋਲ ਨੂੰ ਇਹ ਵੀ ਇੰਪਾਵਰ ਕੀਤਾ ਗਿਆ, ਮਤਲਬ ਇਹ ਵੀ ਹਦਾਇਤਾਂ ਦਿੱਤੀਆਂ ਗਿਆ ਕਿ ਉਹ ਸਿਵਲ, ਮਿਲਟਰੀ ਤੇ ਰੈਵਨਿਊ ਦੇ ਜਿਹੜੇ ਕੰਮਕਾਜ ਹੈ ਉਹ ਵੀ ਦੇਖੇਗੀ ਇੰਡੀਆ ਦੇ ਵਿੱਚ। ਨੈਕਸਟ ਆਇਆ ਸੀਗਾ ਚਾਰਟਰ ਐਕਟ 1833 ਦੇ ਵਿੱਚ। ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਕਿ ਜਿਹੜੀ ਬ੍ਰਿਟਿਸ਼ ਸਰਕਾਰ ਸੀਗੀ ਉਹ ਸੈਂਟਰਲਾਈਜੇਸ਼ਨ ਗਵਰਨਮੈਂਟ ਲਿਆਉਣਾ ਚਾਹੁੰਦੀ ਸੀਗੀ, ਮਤਲਬ ਕਿ ਉਹ ਪੂਰੇ ਇੰਡੀਆ ਦੇ ਉੱਤੇ ਰੂਲ ਕਰਨਾ ਚਾਹੁੰਦੀ ਸੀਗੀ, ਜਿੱਥੇ ਕਿ ਉਹਨਾਂ ਦਾ ਦਾਇਰਾ ਜਿਹੜਾ ਬੰਗਾਲ, ਬੰਬੇ ਵਗੈਰਾ ਦੇ ਏਰੀਆ ਦੇ ਵਿੱਚ ਸੀਗਾ, ਤੇ ਉਹਨੂੰ ਸ਼ਿਫਟ ਕਰਕੇ ਪੂਰੇ ਇੰਡੀਆ ਦੇ ਉੱਤੇ ਰੂਲ ਕਰਨਾ ਚਾਹੁੰਦੀ ਸੀਗੀ। ਤੇ ਜਿਹੜਾ ਚਾਰਟਰ ਐਕਟ ਹੈ ਉਹੀ ਇੱਕ ਫਾਈਨਲ ਸਟੈਪ ਸੀਗਾ ਬ੍ਰਿਟਿਸ਼ ਸਰਕਾਰ ਦਾ, ਜਿਹਦੇ ਨਾਲ ਉਹ ਪੂਰੇ ਇੰਡੀਆ ਦੇ ਉੱਤੇ ਰੂਲ ਕਰ ਸਕੇ। ਤੇ ਹੁਣ ਇਸ ਐਕਟ ਦੇ ਵਿੱਚ ਕੀ ਕੀਤਾ ਗਿਆ ਕਿ ਜਿਹੜੇ ਗਵਰਨਰ ਜਨਰਲ ਸੀਗਾ ਬੰਗਾਲ ਦਾ ਉਹਨੂੰ ਗਵਰਨਰ ਜਨਰਲ ਆਫ ਇੰਡੀਆ ਬਣਾ ਦਿੱਤਾ ਗਿਆ, ਤੇ ਉਹਨੂੰ ਪੂਰੀ ਪਾਵਰ ਦਿੱਤੀ ਗਈ ਸਿਵਲ ਤੇ ਮਿਲਟਰੀ ਦੀ।
ਤੇ ਇਸ ਤਰ੍ਹਾਂ ਦੇ ਜਿਹੜੇ ਪਹਿਲੇ ਗਵਰਨਰ ਜਨਰਲ ਆਫ ਇੰਡੀਆ ਸੀਗੇ ਉਹ ਸੀਗੇ ਲਾਰਡ ਵਿਲੀਅਮ ਬੈਂਟਿੰਗ। ਇਹ ਤੁਸੀਂ ਯਾਦ ਰੱਖਣਾ ਹੈ, MCQs ਦੇ ਵਿੱਚ ਡਾਇਰੈਕਟਲੀ ਪੁੱਛਿਆ ਜਾ ਸਕਦਾ ਹੈ, ਠੀਕ ਹੈ। ਤੇ ਇਸ ਤੋਂ ਬਾਅਦ ਕੀ ਹੋਇਆ, ਜਿਹੜੇ ਗਵਰਨਰ ਸੀਗੇ ਬੰਬੇ ਤੇ ਮਦਰਾਸ ਦੇ, ਜਿਹੜੇ ਕਿ ਪਹਿਲੇ ਸਬੋਰਡੀਨੇਟ ਸੀਗੇ ਗਵਰਨਰ ਜਨਰਲ ਆਫ ਬੰਗਾਲ ਦੇ, ਮਤਲਬ ਕਿ ਉਹਦੇ ਥੱਲੇ ਰਹਿ ਕੇ ਕੰਮ ਕਰਨਗੇ, ਇਸ ਤਰ੍ਹਾਂ ਕਿਹਾ ਗਿਆ ਸੀਗਾ ਪਹਿਲੇ। ਤੇ ਹੁਣ ਉਹਨਾਂ ਦੀ ਜਿਹੜੀ ਪਾਵਰ ਸੀਗਾ ਲੈਜਿਸਲੇਟਿਵ ਪਾਵਰ, ਉਹਨਾਂ ਨੂੰ ਘੱਟ ਕਰ ਦਿੱਤਾ ਗਿਆ ਤੇ ਜਿਹੜੀ ਸਾਰੀ ਲੈਜਿਸਲੇਟਿਵ ਪਾਵਰ ਸੀਗੀ ਉਹ ਗਵਰਨਰ ਜਨਰਲ ਆਫ ਇੰਡੀਆ ਨੂੰ ਦੇ ਦਿੱਤੀ ਗਈ। ਤੇ ਇਸ ਐਕਟ ਦੇ ਅੰਤਰਗਤ ਇੱਕ ਹੋਰ ਚੀਜ਼ ਹੋਈ, ਉਹ ਕੀ ਹੋਇਆ ਕਿ ਜਿਹੜੀ ਈਸਟ ਇੰਡੀਆ ਕੰਪਨੀ ਸੀਗੀ ਉਹਦੇ ਜਿਹੜੇ ਕਮਰਸ਼ੀਅਲ ਐਕਟੀਵਿਟੀ ਸੀਗੀ ਉਹ ਸਾਰੀਆਂ ਖਤਮ ਕਰ ਦਿੱਤੀਆਂ ਗਈਆਂ ਤੇ ਹੁਣ ਜਿਹੜੀ ਈਸਟ ਇੰਡੀਆ ਕੰਪਨੀ ਜਿਹੜੀ ਕੱਲੀ ਐਡਮਿਨਿਸਟ੍ਰੇਟਿਵ ਬੋਡੀ ਬਣ ਕੇ ਰਹਿ ਗਈ ਤੇ ਉਹਦੇ ਜਿਹੜੇ ਕਮਰਸ਼ੀਅਲ ਫੰਕਸ਼ਨ ਸੀਗੇ ਉਹ ਖਤਮ ਕਰ ਦਿੱਤੇ ਗਏ। ਇਸੇ ਐਕਟ ਦੇ ਅੰਡਰ ਹੀ ਇੱਕ ਓਪਨ ਕੰਪੀਟੀਸ਼ਨ ਫॉर ਦਾ ਸਿਲੈਕਸ਼ਨ ਆਫ ਦਾ ਸਿਵਲ ਸਰਵੈਂਟ ਇੱਕ ਸਿਸਟਮ ਲਾਗੂ ਕੀਤਾ ਗਿਆ, ਜਿਹਦੇ ਵਿੱਚ ਕਿ ਇੱਕ ਕੰਪੀਟੀਸ਼ਨ ਸਿਸਟਮ ਹੋਏਗਾ ਜਿਹਦੇ ਨਾਲ ਸਿਵਲ ਸਰਵੈਂਟ ਜਿਹੜੇ ਅਪਾਇੰਟ ਕੀਤੇ ਜਾਣਗੇ। ਇसी ਐਕਟ ਦੇ ਅੰਤਰਗਤ ਕਿਹਾ ਗਿਆ ਕਿ ਜੇਕਰ ਇੰਡੀਅਨਸ ਕਿਸੇ ਤਰ੍ਹਾਂ ਦਾ ਆਫਿਸ ਹੋਲਡ ਕਰਨਾ ਚਾਹੁੰਦੇ ਆ, ਮਤਲਬ ਕਿ ਕੋਈ ਕੰਮ ਕਰਨਾ ਚਾਹੁੰਦੇ ਆ ਕੰਪਨੀ ਦੇ ਵਿੱਚ, ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਰੋਕ ਟੋਕ ਨਹੀਂ ਕੀਤੀ ਜਾਏਗੀ। ਪਰ ਇਸ ਤੋਂ ਬਾਅਦ ਕੀ ਹੋਇਆ ਕਿ ਕੋਰਟ ਆਫ ਡਾਇਰੈਕਟਰਸ ਨੇ ਇਹਨਾਂ ਚੀਜ਼ਾਂ ਕਰਨ ਤੋਂ ਮਨਾ ਕਰਤਾ, ਮਤਲਬ ਇਹਨਾਂ ਚੀਜ਼ਾਂ ਨੂੰ ਲਾਗੂ ਕਰਨ ਤੋਂ ਮਨਾ ਕਰਤਾ, ਇਸ ਕਰਕੇ ਇਹ ਚੀਜ਼ਾਂ ਲਾਗੂ ਨਹੀਂ ਹੋ ਪਾਈਆਂ। ਉਸ ਤੋਂ ਬਾਅਦ ਆਇਆ ਚਾਰਟਰ ਐਕਟ ਆਫ 1853। ਇਹਦੇ ਵਿੱਚ ਕੀ ਕੀਤਾ ਗਿਆ, ਜਿਹੜੀ ਗਵਰਨਰ ਜਨਰਲ ਆਫ ਇੰਡੀਆ ਸੀਗਾ ਉਹਦੀ ਜਿਹੜੀ ਕੌਂਸਲ ਸੀਗੀ ਉਹਦੇ ਲੈਜਿਸਲੇਟਿਵ ਤੇ ਐਗਜ਼ੀਕਿਊਟਿਵ ਫੰਕਸ਼ਨਸ ਨੂੰ ਅਲੱਗ-ਅਲੱਗ ਕੀਤਾ ਗਿਆ, ਮਤਲਬ ਕਿ ਸੈਪਰੇਟ ਕੀਤਾ ਗਿਆ ਕਿ ਤੁਹਾਡੇ ਲੈਜਿਸਲੇਟਿਵ ਫੰਕਸ਼ਨ ਇਹ ਹੋਣਗੇ, ਐਗਜ਼ੀਕਿਊਟਿਵ ਫੰਕਸ਼ਨ ਇਹ ਹੋਣਗੇ। ਤੇ ਜਿਹੜਾ ਗਵਰਨਰ ਜਨਰਲ ਸੀਗਾ ਉਹਨੂੰ ਇੱਕ 6 ਮੈਂਬਰ ਦੀ ਲੈਜਿਸਲੇਟਿਵ ਕੌਂਸਲ ਦਿੱਤੀ ਗਈ। ਤੇ ਇਸੇ ਚੀਜ਼ ਦੇ ਕਰਕੇ ਬਾਅਦ ਵਿੱਚ ਗਵਰਨਰ ਜਨਰਲ ਆਫ ਇੰਡੀਆ ਦੀ ਇੱਕ ਲੈਜਿਸਲੇਟਿਵ ਕੌਂਸਲ ਬਣ ਗਈ, ਜਿਹਨੂੰ ਬਾਅਦ ਦੇ ਵਿੱਚ ਇੰਡੀਅਨ ਸੈਂਟਰਲ ਲੈਜਿਸਲੇਟਿਵ ਕੌਂਸਲ ਵੀ ਕਿਹਾ ਗਿਆ, ਜਿਹੜੀ ਕਿ ਐਜ਼ ਮਿਨੀ ਪਾਰਲੀਮੈਂਟ ਦੀ ਤਰ੍ਹਾਂ ਕੰਮ ਕਰਦੀ ਸੀਗੀ, ਜਿਹਦਾ ਆਈਡੀਆ ਜਿਹੜਾ ਬ੍ਰਿਟਿਸ਼ ਪਾਰਲੀਮੈਂਟ ਤੋਂ ਹੀ ਲਿਆ ਗਿਆ ਸੀਗਾ। ਤੇ ਇਸ ਤੋਂ ਬਾਅਦ ਕੀ ਹੋਇਆ, ਜਿਸ ਤਰ੍ਹਾਂ ਕਿ ਆਪਾਂ ਪਿਛਲੇ ਐਕਟ ਦੇ ਵਿੱਚ ਦੇਖਿਆ ਕਿ ਇੱਕ ਓਪਨ ਕੰਪੀਟੀਸ਼ਨ ਸਿਸਟਮ ਬਣਾਇਆ ਗਿਆ ਸੀਗਾ ਸਿਵਲ ਸਰਵੈਂਟ ਦੇ ਲਈ, ਬਾਅਦ 'ਚ ਉਹਨੂੰ ਨੈਗਲੈਕਟ ਕਰ ਦਿੱਤਾ ਗਿਆ ਸੀਗਾ। ਪਰ ਚਾਰਟਰ ਐਕਟ 1853 ਦੇ ਵਿੱਚ ਉਹਨੂੰ ਫੇਰ ਤੋਂ ਲਿਆਂਦਾ ਗਿਆ ਤੇ ਜਿਹੜਾ ਇਸ ਵਾਰ ਹੀ ਇਹਨੂੰ ਲਾਗੂ ਕੀਤਾ ਗਿਆ ਤੇ ਇਹਨੂੰ ਇੰਡੀਅਨਸ ਨੂੰ ਵੀ ਇਹਨਾਂ ਦੇ ਵਿੱਚ ਸ਼ਾਮਿਲ ਕੀਤਾ ਗਿਆ। ਤੇ ਇਹਦੇ ਵਾਸਤੇ ਇੱਕ ਕਮੇਟੀ ਬਣੀ ਸੀਗੀ ਉਸ ਟਾਈਮ ਤੇ, ਮੈਕਲੇ ਕਮੇਟੀ 1854 ਦੇ ਵਿੱਚ, ਇਹ ਵੀ ਤੁਸੀਂ ਯਾਦ ਰੱਖਣੀ ਹੈ। ਤੇ ਅੱਗੇ ਇसी ਆਰਟੀਕਲ ਦੇ ਵਿੱਚ ਜਿਹੜਾ ਕੰਪਨੀ ਰੂਲ ਸੀਗਾ ਉਹਨੂੰ ਬ੍ਰਿਟਿਸ਼ ਸਰਕਾਰ ਦੁਆਰਾ ਐਕਸਟੈਂਡ ਕੀਤਾ ਗਿਆ, ਪਰ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਪੀਰੀਅਡ ਤੱਕ, ਮਤਲਬ ਕਿ ਉਹਦੇ ਜਿਹੜਾ ਪੀਰੀਅਡ ਸੀਗਾ ਉਹ ਨਹੀਂ ਦੱਸਿਆ ਗਿਆ ਕਿ ਕਿੰਨੇ ਪੀਰੀਅਡ ਤੱਕ ਉਹ ਫਿਰ ਤੋਂ ਕੰਮ ਕਰਦੀ ਰਹੇਗੀ ਇੰਡੀਆ ਦੇ ਵਿੱਚ। ਤੇ ਇਸੇ ਐਕਟ ਦੇ ਅੰਦਰ ਕਿਹਾ ਗਿਆ ਕਿ ਜਿਹੜੀ ਆਪਾਂ ਇੰਡੀਅਨ ਸੈਂਟਰਲ ਲੈਜਿਸਲੇਟਿਵ ਕੌਂਸਲ ਬਣਾਈ ਹੈਗੀ ਹੈ, ਉਹਦੇ ਵਿੱਚ ਜਿਹੜੇ ਇੰਡੀਅਨਸ ਹੈਗੇ ਆ ਉਹਨਾਂ ਦਾ ਵੀ ਜਿਹੜੀ ਰਿਪਰੈਜ਼ੈਂਟੇਸ਼ਨ ਜ਼ਰੂਰੀ ਹੈਗੀ, ਮਤਲਬ ਲੋਕਲ ਰਿਪਰੈਜ਼ੈਂਟੇਸ਼ਨ ਵੀ ਜ਼ਰੂਰੀ ਹੈਗੀ ਹੈ। ਤੇ ਇਹਦੇ ਵਿੱਚ ਕਿਹਾ ਗਿਆ ਕਿ ਜਿਹੜੇ ਆਪਾਂ 6 ਨਵੇਂ ਲੈਜਿਸਲੇਟਿਵ ਮੈਂਬਰ ਅਪਾਇੰਟ ਕਰਦੇ ਹਾਂ ਗਵਰਨਰ ਜਨਰਲ ਦੀ ਲੈਜਿਸਲੇਟਿਵ ਕੌਂਸਲ ਦੇ ਵਿੱਚ, ਉਹਨਾਂ ਵਿੱਚੋਂ ਜਿਹੜੇ 4 ਹੋਣਗੇ ਉਹ ਅਪਾਇੰਟ ਕੀਤੇ ਜਾਣਗੇ ਲੋਕਲ ਪ੍ਰੋਵਿੰਸ਼ੀਅਲ ਗਵਰਨਮੈਂਟ ਦੁਆਰਾ, ਮਤਲਬ ਕਿ ਮਦਰਾਸ, ਬੰਬੇ, ਬੰਗਾਲ ਤੇ ਆਗਰਾ ਦੀ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈਗੀ ਹੈ ਨਾ, ਉਹਦੇ ਦੁਆਰਾ ਜਿਹੜੇ 4 ਮੈਂਬਰ ਅਪਾਇੰਟ ਕੀਤੇ ਜਾਣਗੇ। ਤੇ ਦੋਸਤੋ ਕਰਾਊਨ ਰੂਲ ਮਤਲਬ ਕਿ ਬ੍ਰਿਟਿਸ਼ ਰੂਲ ਦੇ ਅੰਡਰ ਜਿੰਨੇ ਵੀ ਐਕਟ ਆਏ ਸੀਗੇ ਉਹ ਵੀ ਬੜੇ ਹੀ ਜ਼ਿਆਦਾ ਇੰਪੋਰਟੈਂਟ ਹੈਗੇ ਆ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਵੀ। ਤੇ ਜੇ ਇੰਡੀਅਨ ਪੋਲਿਟੀ ਮਤਲਬ ਇੰਡੀਅਨ ਕਨਸਟੀਟਿਊਸ਼ਨ ਨੂੰ ਜੇਕਰ ਤੁਸੀਂ ਸਮਝਣਾ ਚਾਹੁੰਦੇ ਹੋ ਤੇ ਇਹਨਾਂ ਐਕਟ ਦਾ ਆਉਣਾ ਤੁਹਾਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ। ਮਤਲਬ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਵਿੱਚੋਂ ਲਈ ਗਈਆਂ ਹੈਗੀਆਂ ਇੰਡੀਅਨ ਪੋਲਿਟੀ ਦੇ ਵਿੱਚ, ਮਤਲਬ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ। ਤੇ ਥੈਂਕ ਯੂ ਦੋਸਤੋ ਅੱਜ ਦੀ ਵੀਡੀਓ ਦੇਖਣ ਦੇ ਲਈ। ਨੈਕਸਟ ਪਾਰਟ ਆਪਾਂ ਜਲਦੀ ਹੀ ਲੈ ਕੇ ਆਵਾਂਗੇ। ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ ਆਪਣੇ ਦੋਸਤਾਂ ਦੇ ਨਾਲ ਤੇ ਸਬਸਕ੍ਰਾਈਬ ਜ਼ਰੂਰ ਕਰੋ ਸਾਡੇ ਚੈਨਲ ਨੂੰ। ਜੇਕਰ ਤੁਸੀਂ PDF ਚਾਹੁੰਦੇ ਹੋ ਤਾਂ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਪਰ ਸਾਨੂੰ ਜੁਆਇਨ ਕਰ ਸਕਦੇ ਹੋ। ਉਹਦੇ ਵਿੱਚ ਆਪਾਂ ਹਰ ਇੱਕ ਵੀਡੀਓ ਦਾ PDF ਜ਼ਰੂਰ ਪ੍ਰੋਵਾਈਡ ਕਰਦੇ ਹਾਂ। ਤੇ ਦੋਸਤੋ ਇਸੇ ਤਰ੍ਹਾਂ ਹੀ ਜੁੜੇ ਰਹੋ ਸਾਡੇ ਨਾਲ, ਆਪਣਾ ਪਿਆਰ ਬਣਾਏ ਰੱਖੋ ਸਾਡੇ ਨਾਲ। ਤੇ ਦੋਸਤੋ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ, ਤਦ ਤੱਕ ਲਈ ਥੈਂਕ ਯੂ, ਜੈ ਹਿੰਦ।